ਸਵਾਗਤ ਹੈ ਸਾਰੇ ਦੋਸਤਾਂ ਦਾ, ਵੀਰਾਂ ਦਾ। ਲੰਬੇ ਸਮੇਂ ਤੋਂ ਇੱਕ ਡਿਮਾਂਡ ਸੀਗੀ ਬੱਚਿਆਂ ਦੀ ਕਿ ਆਇਲਸ ਨਹੀਂ ਹੁੰਦਾ ਸਾਡੇ ਕੋਲ, 6 ਈਚ ਬੈਂਡ ਨਹੀਂ ਆਉਂਦੇ। ਕੋਈ ਵੀ ਕੰਮ ਹੁੰਦਾ, ਕੰਮ ਤਾਂ ਕਾਇਦੇ ਕਾਨੂੰਨ ਦੇ ਨਾਲ ਹੀ ਹੁੰਦਾ। ਬਹੁਤ ਸਾਰੇ ਲੋਕ ਸਹਿਮਤ ਨਹੀਂ ਹੋਣਗੇ ਕਿ ਬਿਨਾਂ ਆਇਲਸ ਦੇ ਵੀ ਵਿਦੇਸ਼ 'ਚ ਜਾਇਆ ਜਾ ਸਕਦਾ, ਪਰ ਜਦੋਂ ਕਿਸੇ ਦਾ ਵੀਜ਼ਾ ਲੱਗ ਜਾਂਦਾ ਉਦੋਂ ਸਾਰਿਆਂ ਨੂੰ ਸਹਿਮਤ ਹੋਣਾ ਪੈਂਦਾ। ਇੱਕ ਸ਼ੁਰੂਆਤ ਕੀਤੀ ਗਈ ਹੈ, ਉਹਨਾਂ ਬੱਚਿਆਂ ਦੇ ਸੁਪਨੇ ਸਾਕਾਰ ਕਰੀਏ ਜਿਹੜੇ ਬੱਚੇ ਆਇਲਸ ਨਹੀਂ ਕਰ ਪਾਉਂਦੇ, ਸਮੇਂ ਦੀ ਘਾਟ ਕਾਰਨ, ਪੈਸੇ ਕਾਰਨ, ਜਾਂ ਫਿਰ ਪੇਂਡੂ ਪਿਛੋਕੜ ਹੋਣ ਕਾਰਨ। ਅੱਜ 80% ਪੰਜਾਬ ਸਾਡਾ ਪਿੰਡਾਂ ਦੇ ਵਿੱਚ ਵੱਸਦਾ, ਜਿੱਥੇ ਆਇਲਸ ਸਿੱਖਣੀ ਬੱਚਿਆਂ ਲਈ ਸੌਖਾ ਕੰਮ ਨਹੀਂ ਹੈਗਾ। ਹਾਰਡਲੀ 2, 4, 5% ਬੱਚੇ ਨੇ ਜਿਹੜੇ ਆਇਲਸ ਕਰ ਪਾਉਂਦੇ ਨੇ। 95% ਬੱਚਾ ਖੱਜਲ ਹੁੰਦਾ ਜਿਹਨੂੰ ਅੰਗਰੇਜ਼ੀ ਬੋਲਣੀ ਲਿਖਣੀ ਨਹੀਂ ਆਉਂਦੀ। ਆਇਲਸ ਦੇ ਵਿੱਚ 6 ਬੈਂਡ ਈਚ ਲੈਣਾ ਹਰ ਕਿਸੇ ਬੱਚੇ ਦੇ ਵੱਸ ਦਾ ਨਹੀਂ ਹੁੰਦਾ। ਪਹਿਲਾਂ ਸਮਝਾਉਂਗਾ ਤੁਹਾਨੂੰ ਬਿਨਾਂ ਆਇਲਸ ਕੀ ਹੁੰਦਾ, ਕਿੱਦਾਂ ਤੁਸੀਂ ਬਿਨਾਂ ਆਈਲੈਟਸ ਦੇ ਅਮਰੀਕਾ ਕੈਨੇਡਾ 'ਚ ਜਾ ਸਕਦੇ ਹੋ। ਉਹ ਤੋਂ ਬਾਅਦ ਸਮਝਾਉਂਗਾ ਕੀ ਅਸੀਂ ਤੁਹਾਨੂੰ ਆਫਰ ਦੇ ਰਹੇ ਹਾਂ, ਕਿੱਦਾਂ ਅਸੀਂ ਤੁਹਾਡੀ ਆਫਰ ਲਵਾਂਗੇ। ਜਿੱਦਾਂ ਸਾਰਿਆਂ ਨੂੰ ਪਤਾ ਅਸੀਂ ਪੈਸੇ ਬਾਅਦ 'ਚੋਂ ਲੈਂਦੇ ਹਾਂ, ਪੈਸੇ ਬਾਅਦ ਵਾਲੀ ਸਕੀਮ ਤੇ ਬਾਅਦ 'ਚੋਂ ਆਊਂਗਾ, ਔਰ 3rd ਸਟੇਜ ਦੇ ਉੱਤੇ ਤੁਹਾਡੇ ਕੋਲੋਂ ਕਾਲਸ ਦੇ ਉੱਤੇ ਜਵਾਬ ਵੀ ਦਊਂਗਾ। ਸਭ ਤੋਂ ਪਹਿਲਾ ਟੌਪਿਕ ਰਹੇਗਾ ਸਾਡਾ ਕਿ ਕੈਨੇਡੀਅਨ ਇਮੀਗ੍ਰੇਸ਼ਨ, ਕੈਨੇਡੀਅਨ ਸਰਕਾਰ, ਕੈਨੇਡੀਅਨ ਗਵਰਨਮੈਂਟ ਦਾ ਕਾਨੂੰਨ ਕੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਦੀ ਪਾਲਿਸੀ ਕੀ ਕਹਿੰਦੀ ਹੈ। ਦੂਸਰੇ ਫੇਸ 'ਚ ਗੱਲ ਕਰਾਂਗੇ ਅਪਲਾਈ ਕਿੱਦਾਂ ਹੋਣਾ, ਸਾਡੀ ਕੰਪਨੀ ਦੀ ਕੀ ਆਫਰ ਹੈ। ਤੀਸਰੀ ਸਟੇਜ ਦੇ ਉੱਤੇ ਤੁਹਾਡੀਆਂ ਕਾਲਸ ਲਵਾਂਗੇ, 50-100 ਸਟੂਡੈਂਟਸ ਦੀਆਂ ਕਾਲ ਲੈ ਕੇ ਇੱਕ ਸਟੂਡੈਂਟ ਨੂੰ ਕੀ ਕੀ ਮੁਸੀਬਤ ਹੈ ਅੱਜ ਦੀ ਡੇਟ 'ਚ, ਕੀ ਸਟੂਡੈਂਟ ਜਾਣਨਾ ਚਾਹੁੰਦਾ ਹੈ, ਉਹਨਾਂ ਸਾਰੇ ਤੱਥਾਂ ਦੇ ਉੱਤੇ ਗੱਲ ਕਰਾਂਗੇ। ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਮਨ 'ਚੋਂ ਇੱਕ ਵਹਿਮ ਕੱਢਣਾ ਪਏਗਾ ਕਿ ਆਇਲਸ ਹੀ ਇੱਕ ਪੈਰਾਮੀਟਰ ਹੈ ਕਿ ਤੁਸੀਂ ਜਿਹਦੇ ਬੇਸ ਤੇ ਬਾਹਰ ਜਾ ਸਕਦੇ ਹੋ। ਆਇਲਸ ਇੱਕ ਟੈਸਟ ਹੈ ਜਿਹਦੇ ਨਾਲ ਪਤਾ ਲੱਗਦਾ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਜਾਂ ਨਹੀਂ ਆਉਂਦੀ, ਜਾਂ ਕਿੰਨੀ ਆਉਂਦੀ ਹੈ। ਅੰਗਰੇਜ਼ੀ ਨੂੰ ਮਾਪਣ ਦਾ ਇੱਕ ਤਰੀਕਾ ਹੈ ਆਇਲਸ ਦਾ ਟੈਸਟ। ਆਇਲਸ ਦੇ ਟੈਸਟ ਵਰਗੇ ਵੀ ਟੈਸਟ ਹੋਰ ਵੀ ਨੇ ਜਿਨ੍ਹਾਂ ਦੇ ਮਾਪਦੰਡ ਦੇ ਹਿਸਾਬ ਨਾਲ ਵੀ ਤੁਸੀਂ ਬਾਹਰ ਜਾ ਸਕਦੇ ਹੋ। ਜਿਸ ਵੀ ਬੱਚੇ ਨੇ ਆਇਲਸ ਦਾ ਨਾਮ ਸੁਣਿਆ ਉਹਨੇ ਨਾਲ ਦੀ ਨਾਲ ਪੀਟੀ ਦਾ ਨਾਮ ਵੀ ਸੁਣਿਆ ਹੋਏਗਾ। ਜੇ ਪੀਟੀ ਦਾ ਨਾਮ ਸੁਣਿਆ ਤਾਂ ਟੌਫਲ ਵੀ ਹੈ, ਹੋਰ ਵੀ ਕਈ ਤਰ੍ਹਾਂ ਦੇ ਟੈਸਟ ਨੇ। ਹਰ ਇੱਕ ਕੰਟਰੀ ਦੇ ਵਿੱਚ ਇੱਕ ਟੈਸਟ ਨੂੰ ਮਾਨਤਾ ਦਿੱਤੀ ਜਾਂਦੀ ਹੈ। ਕੁਛ ਇੱਕ ਟੈਸਟ ਲਿਸਟ ਤੇ ਰੱਖੇ ਜਾਂਦੇ ਆ, ਕੁਛ ਇੱਕ ਟੈਸਟ ਥਰਡ ਲੈਵਲ ਤੇ ਰੱਖੇ ਜਾਂਦੇ ਆ, ਕੁਛ ਟੈਸਟਾਂ ਨੂੰ ਨਹੀਂ ਵੀ ਮੰਨਿਆ ਜਾਂਦਾ। ਜੇ ਤੁਹਾਡੇ ਕੋਲ ਆਇਲਸ ਨਹੀਂ ਹੈਗੀ ਮਤਲਬ ਇਹ ਨਹੀਂ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ। ਇਹ ਕਾਲ ਹੈ ਮੇਰੀ ਉਹਨਾਂ ਸਾਰੇ ਸਟੂਡੈਂਟਸ ਨੂੰ ਜਿਨ੍ਹਾਂ ਨੇ ਆਪ ਦੀ ਪੜ੍ਹਾਈ CBSE ਨਾਲ ਪੜ੍ਹੀ ਹੈ ਜਾਂ ICSE ਨਾਲ ਪੜ੍ਹੀ ਹੈ। ਤੁਹਾਡੀ ਪੜ੍ਹਾਈ CBSE ਦੀ, ICSE ਦੀ ਤੁਸੀਂ 12-14 ਸਾਲ ਲਾ ਕੇ ਪੜ੍ਹੇ ਹੋ, ਔਰ 14 ਸਾਲ ਦੀ ਪੜ੍ਹਾਈ ਤੁਹਾਡੀ ਅੰਗਰੇਜ਼ੀ ਮੀਡੀਅਮ 'ਚ ਹੋਈ ਹੈ। ਜਦੋਂ ਦੇ ਤੁਸੀਂ ਕੱਚੀ ਪੱਕੀ ਦੇ ਵਿੱਚ ਨਰਸਰੀ ਤੋਂ ਸ਼ੁਰੂ ਹੋਏ, ਪ੍ਰੀ ਨਰਸਰੀ ਤੋਂ LKG UKG ਕੱਢਦਿਆਂ ਹੋਇਆਂ ਤੁਸੀਂ ਪਹਿਲੀ, ਦੂਜੀ, ਚੌਥੀ, ਜਿੱਦਾਂ ਤੁਸੀਂ 10 ਜਮਾਤਾਂ ਪਾਰ ਕੀਤੀਆਂ, ਉਸ ਤੋਂ ਬਾਅਦ ਤੁਸੀਂ 11ਵੀਂ 12ਵੀਂ ਕੀਤੀ। ਤੁਹਾਡੀ ਜ਼ਿੰਦਗੀ ਦਾ ਜਦੋਂ ਜਨਮ ਹੋਇਆ, ਜਦੋਂ ਤੁਸੀਂ ਆਪ ਦੀ ਲਾਈਫ ਦੀ ਸ਼ੁਰੂਆਤ ਕੀਤੀ, ਉਦੋਂ ਤਾਂ ਤੁਸੀਂ ਪੜ੍ਹਾਈ ਅੰਗਰੇਜ਼ੀ ਮੀਡੀਅਮ 'ਚ ਪੜ੍ਹਦੇ ਆ ਰਹੇ ਹੋ, ਤਾਂ ਉਹਦੇ ਬੇਸ ਦੇ ਉੱਤੇ ਤੁਸੀਂ ਆਇਲਸ ਦੇ ਵੀ ਪਾ ਸਕਦੇ ਹੋ। ਤੁਸੀਂ ਬਿਨਾਂ ਆਇਲਸ ਦੇ ਕੈਨੇਡਾ ਜਾਣਾ, ਬਿਨਾਂ ਆਇਲਸ ਦੇ ਅਮਰੀਕਾ ਜਾਣਾ, ਕਿੱਦਾਂ ਫਾਈਲ ਲੱਗੇਗੀ, ਕੀ ਰਿਕੁਆਇਰਮੈਂਟ ਹੋਏਗੀ, ਕਿੱਦਾਂ ਤੁਸੀਂ ਬਿਨਾਂ ਆਇਲਸ ਤੇ ਜਾ ਸਕਦੇ ਹੋ। ਜੇਕਰ ਤੁਸੀਂ ਅੰਗਰੇਜ਼ੀ ਮੀਡੀਅਮ 'ਚ ਪੜ੍ਹੇ ਹੋ ਤਾਂ ਤੁਸੀਂ ਜਾ ਸਕਦੇ ਹੋ। ਤੁਸੀਂ CBSE ਜਾਂ ICSE ਤੋਂ ਨਹੀਂ ਪੜ੍ਹੇ ਹੋਏ, ਬਟ ਤੁਹਾਡੀ ਬੈਚਲਰ ਡਿਗਰੀ ਅੰਗਰੇਜ਼ੀ ਮੀਡੀਅਮ 'ਚ ਹੋਈ ਹੈ, ਤੁਸੀਂ BCom ਕੀਤੀ ਹੈ, BBA ਕੀਤੀ ਹੈ,
ਤਾਂ ਤੁਸੀਂ ਮਾਸਟਰ ਡਿਗਰੀ ਲਈ ਅਪਲਾਈ ਕਰ ਸਕਦੇ ਜੇ। ਉਹਦੇ ਵਿੱਚ ਵੀ ਤੁਸੀਂ ਬਿਨਾਂ ਆਇਲਸ ਦੇ ਅਪਲਾਈ ਕਰ ਸਕਦੇ ਹੋ। ਦੇਖਣ ਵਾਲੀ ਗੱਲ ਇਹ ਤੁਹਾਡੇ ਅੰਗਰੇਜ਼ੀ 'ਚ ਨੰਬਰ ਕਿੰਨੇ ਆ, ਤੁਸੀਂ ਕਿੰਨੇ ਨੰਬਰਾਂ ਨਾਲ ਪਾਸ ਹੋਏ ਹੋ, ਕੀ ਰਿਕੁਆਇਰਮੈਂਟ ਹੈ, ਵੀਜ਼ੇ ਦੀ ਕੀ ਰਿਕੁਆਇਰਮੈਂਟ ਹੈ, ਔਰ ਐਮਬੈਸੀ ਦੀ ਕੀ ਰਿਕੁਆਇਰਮੈਂਟ ਹੈ, ਔਰ ਕਾਲਜ ਦੀ ਕੀ ਰਿਕੁਆਇਰਮੈਂਟ ਹੈ। ਆਓ ਸਾਰੀਆਂ ਚੀਜ਼ਾਂ ਤੇ ਡਿਸਕਸ ਕਰਦੇ ਹਾਂ। ਕੈਨੇਡੀਅਨ ਇਮੀਗ੍ਰੇਸ਼ਨ ਦੀ ਤੁਸੀਂ ਵੈਬਸਾਈਟ ਖੋਲ ਲਓ canada.ca, ਜਾਂ ਤੁਸੀਂ ਗੂਗਲ ਦੇ ਵਿੱਚ ਸਿੱਧਾ ਲਿਖ ਲਓ, 3 ਅੱਖਰ ਲਿਖਣੇ ਆ ਗੂਗਲ 'ਚ, ਕੈਨੇਡਾ ਸਟੱਡੀ ਵੀਜ਼ਾ। ਤੁਸੀਂ ਗੂਗਲ 'ਚ ਲਿਖੋਗੇ ਕੈਨੇਡਾ ਸਟੱਡੀ ਵੀਜ਼ਾ, ਜਿੱਦਾਂ ਹੀ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਲਿਖਦੇ ਹੋ ਤੁਹਾਨੂੰ ਗੂਗਲ ਬਹੁਤ ਸਾਰੇ ਪੇਜ ਦਿਖਾਉਂਦਾ। ਸਭ ਤੋਂ ਪਹਿਲਾਂ ਸਰਚ ਦੇ ਵਿੱਚ ਤੁਹਾਨੂੰ ਕੈਨੇਡੀਅਨ ਐਮਬੈਸੀ ਦਾ ਪੇਜ ਨਜ਼ਰ ਆਉਂਦਾ, ਵੈਬ ਲਿੰਕ ਨਜ਼ਰ ਆਉਂਦਾ, ਉਹਨੂੰ ਕਲਿੱਕ ਕਰੋ। ਉਹ ਕਲਿੱਕ ਕਰਦਿਆਂ ਹੀ ਤੁਹਾਨੂੰ ਕੈਨੇਡੀਅਨ ਐਮਬੈਸੀ ਦੀ ਵੈਬਸਾਈਟ ਤੇ ਲੈ ਜਾਏਗਾ, ਜਿੱਥੇ ਸਟੂਡੈਂਟ ਵੀਜ਼ੇ ਦੀ ਜਾਣਕਾਰੀ ਦਿੱਤੀ ਹੋਏਗੀ ਕਿ ਤੁਸੀਂ ਸਟੂਡੈਂਟ ਵੀਜ਼ੇ ਦੇ ਵਾਸਤੇ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ, ਕਿਹੜੀਆਂ ਸ਼ਰਤਾਂ ਵਾ ਸਟੂਡੈਂਟ ਵੀਜ਼ੇ ਦੀਆਂ, ਉਹ ਤੁਹਾਨੂੰ ਕੈਨੇਡੀਅਨ ਐਮਬੈਸੀ ਦੀ ਸਾਈਟ ਤੇ ਨਜ਼ਰ ਆਉਣਗੀਆਂ। ਜਿੱਦਾਂ ਹੀ ਤੁਸੀਂ ਕੈਨੇਡੀਅਨ ਐਮਬੈਸੀ ਦੀ ਸਾਈਟ ਦੇ ਉੱਤੇ ਕੈਨੇਡਾ ਸਟੱਡੀ ਵੀਜ਼ਾ ਲਿਖ ਕੇ ਪਹੁੰਚਦੇ ਹੋ, ਤੁਸੀਂ ਲੈਂਡ ਹੁੰਦੇ ਹੋ, ਸਿੱਧਾ ਹੀ ਜਾ ਕੇ ਤੁਹਾਡੀ ਲੈਂਡਿੰਗ ਨਿਕਲਦੀ ਹੈ ਜਾ ਕੇ ਇੱਕ ਵੈਬਸਾਈਟ ਦੇ ਉੱਤੇ ਜਿਹਦੇ ਤੇ ਸਟੱਡੀ ਪਰਮਿਟ ਦਾ ਜ਼ਿਕਰ ਕੀਤਾ ਜਾਂਦਾ। ਜਦੋਂ ਤੁਸੀਂ ਸਟੱਡੀ ਪਰਮਿਟ ਅਪਲਾਈ ਕਰਨਾ ਤੇ ਸਟੱਡੀ ਪਰਮਿਟ ਵਿੱਚ ਸਭ ਤੋਂ ਪਹਿਲਾਂ ਇਹ ਦੇਖਿਆ ਜਾਣਾ ਕਿ ਤੁਸੀਂ ਕਿਸ ਕੰਟਰੀ ਦੇ ਨਾਗਰਿਕ ਹੋ। 2 ਤਰੀਕਿਆਂ ਦੇ ਸਟੱਡੀ ਪਰਮਿਟ ਨੇ। ਜਦੋਂ ਤੁਸੀਂ ਐਮਬੈਸੀ ਦੀ ਸਾਈਟ ਤੇ ਪਹੁੰਚਦੇ ਹੋ, ਤੁਸੀਂ ਫਾਸਟਰ ਪ੍ਰੋਸੈਸ ਅਪਲਾਈ ਕਰਨਾ ਹੈ ਜਾਂ ਤੁਸੀਂ ਨਾਰਮਲ ਸਟੱਡੀ ਵੀਜ਼ਾ ਅਪਲਾਈ ਕਰਨਾ। ਨਾਰਮਲ ਸਟੱਡੀ ਵੀਜ਼ਾ ਨੂੰ ਜਿੱਦਾਂ ਪੁਰਾਣਾ ਚੱਲਦਾ ਆ, ਅਸੀਂ ਸਟੱਡੀ ਵੀਜ਼ਾ ਕਹਿੰਦੇ ਸੀ, ਜਨਰਲ ਵੀਜ਼ਾ ਹੁੰਦਾ ਪੜ੍ਹਾਈ ਦਾ। ਇੱਕ ਨਵਾਂ ਪ੍ਰੋਸੈਸ ਸ਼ੁਰੂ ਹੋਇਆ ਦਾ ਪਿਛਲੇ 2-2.5 ਸਾਲ ਤੋਂ, ਜਿਹਨੂੰ SDS ਕਿਹਾ ਜਾਂਦਾ। ਜੇ ਤੁਸੀਂ SDS ਵੈਸੇ ਜਾਂਦੇ ਹੋ, ਉਹਦੇ 'ਚ ਕਲੀਅਰ ਲਿਖਿਆ ਹੋਇਆ ਵਾ ਕਿ ਤੁਹਾਨੂੰ 6 ਬੈਂਡ ਈਚ ਚਾਹੀਦੇ ਹੈ, ਤੁਸੀਂ ਸਾਲ ਦੀ ਫੀਸ ਦੀ ਰਸੀਦ ਦੇਣੀ ਹੈ, ਤੁਸੀਂ GIC ਅਕਾਊਂਟ ਦੇਣਾ ਹੈ। ਇਹ 3 ਸ਼ਰਤਾਂ ਪੂਰੀਆਂ ਕਰੋਗੇ ਤਾਂ ਤੁਸੀਂ SDS 'ਚ ਜਾਂਦੇ ਜੇ। ਜੇ ਤੁਸੀਂ ਨਾਨ SDS ਦੇ ਵਿੱਚ ਰਹਿੰਦੇ ਹੋ, ਕਿਤੇ ਨਹੀਂ ਲਿਖਿਆ ਹੋਇਆ ਕਿ ਤੁਹਾਨੂੰ ਆਇਲਸ ਦੇ ਵਿੱਚ 6 ਬੈਂਡ ਈਚ ਦੇਣੇ ਪੈਣੇ ਆ। ਤੁਸੀਂ ਅੰਗਰੇਜ਼ੀ 'ਚ ਪੜ੍ਹਨ ਚੱਲੇ ਹੋ, ਉਹਦਾ ਕੋਈ ਵੀ ਆਪਾਂ ਪ੍ਰੂਫ ਦੇ ਸਕਦੇ ਹਾਂ। ਐਮਬੈਸੀ ਵੱਲੋਂ ਨਹੀਂ ਲਿਸਟ ਕੀਤਾ ਗਿਆ, ਕਿਸੇ ਵੀ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਰੱਖੀ ਗਈ ਕੈਨੇਡੀਅਨ ਐਮਬੈਸੀ ਵੱਲੋਂ ਸਟੱਡੀ ਵੀਜ਼ਾ ਵਾਸਤੇ ਕਿ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਆਇਲਸ ਹੀ ਕਰਕੇ ਆਉਣਾ। ਤੁਸੀਂ ਐਮਬੈਸੀ ਦੀ ਸਾਈਟ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ। ਜੇ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ, ਤੁਸੀਂ ਜਸਟੀਫਾਈ ਕਰਨਾ ਕਿ ਤੁਸੀਂ ਜੈਨੂਅਨ ਸਟੂਡੈਂਟ ਹੈਗੇ ਜੇ। ਆਇਲਸ ਦੀ ਰਿਕੁਆਇਰਮੈਂਟ ਜਨਰਲ ਵੀਜ਼ੇ ਦੇ ਵਿੱਚ ਨਹੀਂ ਹੈਗੀ। ਹੁਣ ਆਪਾਂ ਅੱਗੇ ਚੱਲਦੇ ਹਾਂ। ਫਾਈਲ ਕਿੱਦਾਂ ਪ੍ਰੋਸੈਸ ਹੁੰਦੀ ਹੈ। ਤੁਸੀਂ ਕੈਨੇਡਾ ਜਾਣਾ ਹੈ, ਤੁਸੀਂ US ਜਾਣਾ, ਸਭ ਤੋਂ ਪਹਿਲਾਂ ਤੁਹਾਡਾ 12ਵੀਂ ਤੱਕ ਦਾ ਸਰਟੀਫਿਕੇਟ ਚਾਹੀਦਾ ਸਾਨੂੰ। ਤੁਸੀਂ ਆਪਦੇ ਸਕੂਲ ਤੋਂ ਲਿਖਾ ਕੇ ਦਿਓਗੇ ਕਿ ਪੜ੍ਹਾਈ ਤੁਸੀਂ ਸਾਰੀ ਅੰਗਰੇਜ਼ੀ ਮੀਡੀਅਮ 'ਚ ਪੜ੍ਹੀ ਸੀ, ਔਰ ਅਸੀਂ CBSE ICSE ਵਾਲੀਆਂ ਐਪਲੀਕੇਸ਼ਨਾਂ ਨੂੰ ਹੀ ਵੈਲਕਮ ਕਰਦੇ ਪਏ। ਤੁਸੀਂ CBSE ICSE ਸਕੂਲ ਤੋਂ ਲਿਖਾ ਕੇ ਦੇਣਾ ਕਿ ਤੁਸੀਂ ਪੜ੍ਹਾਈ ਅੰਗਰੇਜ਼ੀ ਮੀਡੀਅਮ 'ਚ ਪੜ੍ਹੀ ਹੈ। ਜਿੱਦਾਂ ਹੀ ਤੁਸੀਂ ਇਹ ਲਿਖਾ ਕੇ ਦਿੰਦੇ ਹੋ, ਤੁਸੀਂ ਅੰਗਰੇਜ਼ੀ ਦੀ ਰਿਕੁਆਇਰਮੈਂਟ ਪੂਰੀ ਕਰ ਜਾਂਦੇ ਹੋ। ਚਾਹੇ ਤੁਸੀਂ ਕੈਨੇਡਾ ਜਾਣਾ, ਚਾਹੇ US ਜਾਣਾ, ਤੁਸੀਂ ਅੰਗਰੇਜ਼ੀ ਦੀ ਰਿਕੁਆਇਰਮੈਂਟ ਪੂਰੀ ਕਰ ਜਾਂਦੇ ਹੋ। ਦੂਸਰੀ ਰਿਕੁਆਇਰਮੈਂਟ ਆਉਂਦੀ ਹੈ ਅਕੈਡਮਿਕਸ ਦੀ। ਤੁਸੀਂ ਜਿਸ ਵੀ ਕਾਲਜ ਯੂਨੀਵਰਸਿਟੀ 'ਚ ਅਪਲਾਈ ਕਰਾਉਣਾ, ਉਸ ਕਾਲਜ ਯੂਨੀਵਰਸਿਟੀ ਨੇ ਪਹਿਲਾਂ ਦੇਖਣਾ ਕਿ ਤੁਸੀਂ ਪੜ੍ਹਾਈ 'ਚ ਨਲਾਇਕ ਤੇ ਨਹੀਂ ਹੈਗੇ, ਤੁਹਾਡੇ ਨੰਬਰ ਤਾਂ ਨਹੀਂ ਥੋੜੇ। ਉਸ ਵਾਸਤੇ ਅਸੀਂ ਸ਼ਰਤ ਰੱਖੀ ਹੈ ਵੀ ਤੁਹਾਡੇ 70% ਨੰਬਰ ਹੋਣੇ ਚਾਹੀਦੇ ਆ, ਕਿਉਂਕਿ ਇੱਥੇ ਵੀਜ਼ਾ ਲਵਾਉਣਾ ਵਾ ਆਪਾਂ ਬੱਚਿਆਂ ਦਾ। ਜੇ ਤੁਹਾਡੇ 12ਵੀਂ ਕਲਾਸ ਦੇ ਵਿੱਚ 70% ਨੰਬਰ ਹੈਗੇ ਆ ਤੇ ਤੁਸੀਂ ਅਮਰੀਕਾ, ਕੈਨੇਡਾ ਦੇ ਕਿਸੇ ਵੀ ਕਾਲਜ ਯੂਨੀਵਰਸਿਟੀ 'ਚ ਦਾਖਲਾ ਲੈ ਸਕਦੇ ਜੇ। ਤੁਹਾਡਾ ਨੰਬਰਾਂ ਕਰਕੇ ਦਾਖਲਾ ਰਿਫਿਊਜ਼ ਨਹੀਂ ਹੁੰਦਾ। ਜਿੱਥੇ ਤੱਕ ਗੱਲ ਅੰਗਰੇਜ਼ੀ ਦੀ ਸੀਗੀ, ਅੰਗਰੇਜ਼ੀ ਵਾਲਾ ਗੱਲਬਾਤ ਆਪਾਂ ਅੰਗਰੇਜ਼ੀ ਮੀਡੀਅਮ ਲਿਖਾ ਕੇ ਸੋਲਵ ਕਰ ਲਈ। ਹੁਣ ਜਦੋਂ ਤੁਸੀਂ ਕਿਸੇ ਐਮਬੈਸੀ ਦੇ ਵਿੱਚ ਵੀਜ਼ਾ ਅਪਲਾਈ ਕਰਦੇ ਆ, ਲੈਟ ਸਪੋਜ਼ ਅਸੀਂ ਅੱਜ ਅਮਰੀਕਾ ਦਾ ਕੇਸ ਅਪਲਾਈ ਕਰਨਾ, ਅਮਰੀਕਨ ਐਮਬੈਸੀ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਕਿਸੇ ਕਾਲਜ ਯੂਨੀਵਰਸਿਟੀ ਤੋਂ ਐਡਮਿਸ਼ਨ ਲੈਣਾ ਪੈਂਦਾ, ਦਾਖਲਾ ਲੈਣਾ ਪੈਂਦਾ, ਔਰ ਉਸ ਦਾਖਲੇ ਨੂੰ I-20 ਕਿਹਾ ਜਾਂਦਾ ਔਰ ਲੈਟਰ ਆਫ ਐਕਸੈਪਟੈਂਸ ਕਿਹਾ ਜਾਂਦਾ। ਤੁਹਾਨੂੰ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜਿਹੜਾ ਵੀ ਕਾਲਜ ਦਾਖਲਾ ਦੇਗਾ,
ਕਿਸੇ ਕੋਰਸ ਤੁਸੀਂ ਦਾਖਲਾ ਲੈਂਦੇ ਹੋ, ਬੈਚਲਰ ਡਿਗਰੀ 'ਚ ਲੈ ਲੈਂਦੇ ਹੋ, ਡਿਪਲੋਮੇ 'ਚ ਲੈ ਲੈਂਦੇ ਹੋ, ਤੁਸੀਂ ਆਪਦੀ ਐਪਲੀਕੇਸ਼ਨ ਦੇ ਨਾਲ ਅੰਗਰੇਜ਼ੀ ਦਾ ਪ੍ਰੂਫ ਦੇਣਾ ਕਿ ਤੁਸੀਂ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਪੜ੍ਹੀ ਹੈ, ਔਰ ਨਾਲ ਦੀ ਨਾਲ ਤੁਸੀਂ ਆਪਦਾ 70% ਨੰਬਰਾਂ ਦਾ ਸਰਟੀਫਿਕੇਟ ਦੇਣਾ ਕਿ ਆਹ ਮੇਰੀ ਪੜ੍ਹਾਈ ਹੈ ਔਰ ਆਹ ਮੇਰੀ ਅੰਗਰੇਜ਼ੀ ਹੈ ਔਰ ਮੈਨੂੰ ਦਾਖਲਾ ਦਿੱਤਾ ਜਾਏ ਪੜ੍ਹਾਈ ਵਾਸਤੇ। ਜਦੋਂ ਤੁਸੀਂ ਪੜ੍ਹਾਈ ਲਈ ਦਾਖਲਾ ਲੈ ਲੈਂਦੇ ਜੇ, ਉਹਦੇ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਅਸੈਸ ਹੁੰਦੀ ਹੈ। ਦਾਖਲਾ ਆਫਿਸਰ, ਐਡਮਿਸ਼ਨ ਆਫਿਸਰ ਇੱਕ ਕਾਲਜ ਯੂਨੀਵਰਸਿਟੀ ਦਾ, ਜੇ ਅਮਰੀਕਾ 'ਚ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਲੈਟਰ ਆਫ ਐਕਸੈਪਟੈਂਸ ਦਿੰਦਾ, ਨਾਲ I-20 ਦਿੰਦਾ। ਇੱਦਾਂ ਹੀ ਕੈਨੇਡਾ 'ਚ ਅਪਲਾਈ ਕਰਦੇ ਹੋ ਤਾਂ ਤੁਸੀਂ ਲੈਟਰ ਆਫ ਐਕਸੈਪਟੈਂਸ ਲੈਂਦੇ ਹੋ। ਇਹਦੇ ਨਾਲ ਇੱਕ ਚੀਜ਼ ਬੜੀ ਕਲੀਅਰ ਹੋ ਜਾਂਦੀ ਹੈ ਕਿ ਤੁਹਾਨੂੰ ਇੰਸਟੀਚਿਊਸ਼ਨ ਵੱਲੋਂ ਦਾਖਲਾ ਮਿਲ ਚੁੱਕਾ, ਤੁਹਾਡਾ ਪਰਪਸ ਆਫ ਵਿਜ਼ਿਟ ਸੋਲਵ ਹੋ ਚੁੱਕਾ। ਤੁਸੀਂ ਐਮਬੈਸੀ ਨੂੰ ਬੜਾ ਕਲੀਅਰ ਦੱਸ ਸਕਦੇ ਹੋ ਕਿ ਮੈਂ ਕੈਨੇਡਾ ਅਮਰੀਕਾ 'ਚ ਆਹ ਵਾਲੀ ਪੜ੍ਹਾਈ ਪੜ੍ਹਨ ਚੱਲਾਂ ਔਰ ਇਸ ਕਾਲਜ, ਇਸ ਯੂਨੀਵਰਸਿਟੀ ਨੇ ਮੈਨੂੰ ਦਾਖਲਾ ਦੇ ਦਿੱਤਾ। ਅੱਗੇ ਚੱਲਦੇ ਹਾਂ, ਅਗਲੀ ਰਿਕੁਆਇਰਮੈਂਟ ਕੀ ਹੁੰਦੀ ਹੈ? ਅਗਲੀ ਰਿਕੁਆਇਰਮੈਂਟ ਹੁੰਦੀ ਹੈ ਪੈਸੇ, ਫਾਈਨਾਂਸ। ਤੁਸੀਂ ਪੜ੍ਹਨ ਲਈ ਬਾਹਰ ਚੱਲੇ ਹੋ, ਤੁਹਾਡੀ ਪੜ੍ਹਾਈ 2 ਸਾਲ ਦੀ ਹੈ ਜਾਂ ਤੁਹਾਡੀ ਪੜ੍ਹਾਈ 4 ਸਾਲ ਦੀ ਹੈ, ਤੁਹਾਡੀ ਪੜ੍ਹਾਈ ਦਾ 1 ਸਾਲ ਦਾ ਖਰਚਾ, ਰੋਟੀ ਪਾਣੀ ਦਾ ਖਰਚਾ ਮਿਲਾ ਕੇ 15 ਲੱਖ ਰੁਪਈਆ ਬਣਦਾ, ਔਰ ਤੁਸੀਂ 2 ਸਾਲ ਦੀ ਪੜ੍ਹਾਈ ਲਈ ਹੈ ਤੇ ਤੁਹਾਨੂੰ 30 ਲੱਖ ਰੁਪਈਆ ਤੁਹਾਡੇ ਕੋਲ ਹੋਣਾ ਚਾਹੀਦਾ। ਜੇ 30 ਲੱਖ ਰੁਪਈਆ ਤੁਹਾਡੇ ਅਕਾਊਂਟ ਦੇ ਵਿੱਚ ਪਿਆ ਵਾ, ਜਾਂ ਤੁਹਾਡੇ ਕੋਲ ਕੋਈ FDR ਹੈ, ਜਾਂ ਤੁਹਾਡੇ ਮਾਤਾ ਪਿਤਾ ਨੇ 30 ਲੱਖ ਰੁਪਏ ਕਿਤੇ ਸੇਵ ਕੀਤਾ ਹੋਇਆ, ਜੇ ਤੁਸੀਂ ਉਹਦੇ ਐਵੀਡੈਂਸ ਦੇ ਦਿੰਦੇ ਜੇ, ਤੁਸੀਂ ਫਾਈਨਾਂਸ ਦੀ ਰਿਕੁਆਇਰਮੈਂਟ ਪੂਰੀ ਕਰ ਜਾਂਦੇ ਜੇ। ਅਗਲੀ ਰਿਕੁਆਇਰਮੈਂਟ ਹੁੰਦੀ ਹੈ, ਐਮਬੈਸੀ ਵੱਲੋਂ ਦੇਖਿਆ ਜਾਂਦਾ ਕਿ ਤੁਹਾਡੇ ਮਾਤਾ ਪਿਤਾ ਦੀ ਰੈਗੂਲਰ ਇਨਕਮ ਹੈਗੀ ਹੈ ਕਿ ਅਗਲੇ ਸਾਲ ਤੁਹਾਡੀ ਫੀਸ ਅਫੋਰਡ ਕਰ ਲੈਣਗੇ। ਜਦੋਂ ਅਸੀਂ ਅਗਲੇ ਸਾਲ ਦੀ ਫੀਸ ਅਫੋਰਡ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਮਾਤਾ ਪਿਤਾ ਦਾ ਆਮਦਨ ਦਾ ਪ੍ਰੂਫ ਚਾਹੀਦਾ ਹੁੰਦਾ। ਤੁਹਾਡੇ ਮਾਤਾ ਪਿਤਾ ਦੀ ਇਨਕਮ ਟੈਕਸ ਦੀ ਰਿਟਰਨ, ਤੁਹਾਡੇ ਮਾਤਾ ਪਿਤਾ ਦੇ ਆਮਦਨ ਦਾ ਪ੍ਰੂਫ, ਇਹਨਾਂ ਸਾਰੀਆਂ ਚੀਜ਼ਾਂ ਨਾਲ ਪਤਾ ਲੱਗਦਾ ਕਿ ਤੁਸੀਂ ਕਿੰਨੇ ਕੁ ਪਾਣੀ ਚੋਂ, ਤੁਸੀਂ ਜਿਸ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਉਸ ਫੈਮਿਲੀ ਦੇ ਕੋਲ ਕੀ ਰਸੂਖ ਹੈ, ਕਿੰਨੇ ਮਾਤਾ ਪਿਤਾ ਦੀ ਤੁਹਾਡੀ ਆਮਦਨ ਹੈ ਮਹੀਨੇ ਦੀ। ਉਸ ਆਮਦਨ ਦੇ ਬੇਸ ਦੇ ਉੱਤੇ ਵੀਜ਼ਾ ਆਫਿਸਰ ਇਹ ਅਸੈਸ ਕਰ ਲੈਂਦਾ ਕਿ ਤੁਸੀਂ ਉੱਥੇ ਜਾ ਕੇ ਕੰਮ ਤਾਂ ਨਹੀਂ ਕਰੋਗੇ। ਤੁਸੀਂ ਦਾਖਲਾ ਲੈ ਲਿਆ ਕਾਲਜ ਕੋਲੋਂ, ਤੁਹਾਡੇ ਮਾਤਾ ਪਿਤਾ ਨੇ ਬੈਂਕ ਦੇ ਵਿੱਚ ਪੈਸੇ ਸ਼ੋਅ ਕਰਤੇ, ਤੁਹਾਡੇ ਮਾਤਾ ਪਿਤਾ ਦਾ ਆਮਦਨ ਦਾ ਪ੍ਰੂਫ ਲੱਗ ਗਿਆ। ਹੁਣ ਵਾਰੀ ਆਉਂਦੀ ਹੈ ਸਟੇਟਮੈਂਟ ਆਫ ਪਰਪਸ ਦੀ। ਤੁਸੀਂ ਵੀਜ਼ਾ ਆਫਿਸਰ ਦੇ ਨਾਂ ਤੇ ਇੱਕ ਚਿੱਠੀ ਲਿਖਦੇ ਜੇ ਕਿ ਸ਼੍ਰੀਮਾਨ ਜੀ, ਮੇਰਾ ਨਾਮ ਫਲਾਣਾ ਸਿੰਘ ਹੈ ਔਰ ਮੈਂ ਫਲਾਣੇ ਪਿੰਡ ਦਾ ਫਲਾਣੇ ਜ਼ਿਲ੍ਹੇ ਦਾ ਵਾਸੀ ਹਾਂ। ਮੇਰਾ ਜਨਮ ਇਸ ਪਿੰਡ ਦੇ ਵਿੱਚ ਹੋਇਆ ਔਰ ਮੈਂ ਸਾਰੀ ਪੜ੍ਹਾਈ ਇਸ ਕਾਲਜਾਂ ਯੂਨੀਵਰਸਿਟੀ ਕੀਤੀ ਹੈ, ਔਰ ਮੈਂ ਜਿਹੜੀ ਪੜ੍ਹਾਈ ਕੀਤੀ ਹੈ ਹੁਣ ਇਹਦੀ ਮੈਂ ਹਾਇਰ ਸਟੱਡੀਜ਼ ਵਾਸਤੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਚੱਲਾਂ। ਮੈਂ ਤੁਹਾਡੇ ਮੁਲਕ 'ਚ ਜਾ ਕੇ ਪੜ੍ਹਨਾ ਚਾਹੁੰਦਾ, ਮੇਰੇ ਮਾਤਾ ਪਿਤਾ ਦੀ ਆਮਦਨ ਹੈ, ਆਹ ਮੇਰਾ ਸ਼ੌਂਕ ਹੈ ਔਰ ਮੈਂ ਉੱਥੇ ਪੜ੍ਹਨ ਚੱਲਾਂ। ਮੈਂ ਮਾਂ ਬਾਪ ਦਾ ਇਕਲੌਤਾ ਪੁੱਤਰ ਹਾਂ, ਜਾਂ ਸਾਡੇ ਕੋਲ ਪਿੱਛੇ ਜ਼ਮੀਨ ਜਾਇਦਾਦ ਹੈ, ਮੇਰੇ ਸਾਰੇ ਭੈਣ ਭਰਾ ਇੱਥੇ ਰਹਿੰਦੇ ਨੇ, ਔਰ ਮੈਨੂੰ ਵੀਜ਼ਾ ਦਿੱਤਾ ਜਾਏ ਤਾਂ ਜੋ ਮੈਂ ਪੜ੍ਹ ਕੇ ਆਵਾਂ। ਪੜ੍ਹਨ ਤੋਂ ਬਾਅਦ ਮੈਂ ਆ ਕੇ ਆਪਣੇ ਪਿੰਡ ਦੇ ਵਿੱਚ ਕੰਮ ਕਰਾਂ ਜਾਂ ਆਪਣੇ ਦੇਸ਼ ਦੇ ਵਿੱਚ ਚੰਗੀ ਨੌਕਰੀ ਕਰਾਂ। ਇਸ ਤਰੀਕੇ ਨਾਲ ਤੁਸੀਂ ਕੈਨੇਡਾ ਦੇ ਵਾਸਤੇ ਸਟੇਟਮੈਂਟ ਆਫ ਪਰਪਸ ਬਣਾਉਂਦੇ ਹੋ ਔਰ ਅਮਰੀਕਾ ਵਾਸਤੇ ਆਪ ਦੀ ਤਿਆਰੀ ਕਰਦੇ ਹੋ। ਤੁਸੀਂ ਅਮਰੀਕਨ ਐਮਬੈਸੀ 'ਚ ਜਾਂਦੇ ਹੋ, ਆਫਿਸਰ ਵੱਲੋਂ ਤੁਹਾਨੂੰ ਸਵਾਲ ਪੁੱਛੇ ਜਾਂਦੇ ਆ ਕਿ ਸੱਜਣ ਜੀ ਤੁਸੀਂ ਕੀ ਕਰਨ ਜਾਣਾ ਚਾਹੁੰਦੇ ਜੇ, ਤੁਹਾਨੂੰ ਇਹਦਾ ਕੀ ਫਾਇਦਾ ਹੋਏਗਾ ਔਰ ਤੁਹਾਡੀ ਪੜ੍ਹਾਈ ਤੇ ਪੈਸੇ ਕੌਣ ਖਰਚੇਗਾ। 2 ਮਿੰਟ ਤੋਂ ਵੱਧ ਇੰਟਰਵਿਊ ਨਹੀਂ ਹੁੰਦਾ, 2 ਮਿੰਟਾਂ ਦੇ ਵਿੱਚ ਤੁਸੀਂ ਅਮਰੀਕਨ ਕੌਂਸੂਲੇਟ ਨੂੰ ਸੈਟੀਸਫਾਈਡ ਕਰਨਾ ਹੁੰਦਾ। ਦੂਸਰੇ ਪਾਸੇ ਕੈਨੇਡਾ 'ਚ ਜਦੋਂ ਫਾਈਲ ਲਾਉਂਦੇ ਹੋ, ਕੈਨੇਡਾ 'ਚ ਤੁਹਾਨੂੰ ਸਟੇਟਮੈਂਟ ਆਫ ਪਰਪਸ ਦੇ ਸਾਰੀਆਂ ਚੀਜ਼ਾਂ ਕਲੀਅਰ ਕਰਨੀਆਂ ਪੈਂਦੀਆਂ। ਇਹ 2 ਚੀਜ਼ਾਂ ਜਦੋਂ ਕਲੀਅਰ ਹੋ ਜਾਂਦੀਆਂ ਤਾਂ ਅਗਲਾ ਪ੍ਰੋਸੈਸ ਵੀਜ਼ਾ ਦਾ ਹੁੰਦਾ, ਜਾਂ ਵੀਜ਼ਾ ਲੱਗ ਜਾਂਦਾ ਜਾਂ ਵੀਜ਼ਾ ਰਿਫਿਊਜ਼ ਹੋ ਜਾਂਦਾ। ਜੇ ਤੁਹਾਡਾ ਅਮਰੀਕਾ ਦਾ ਵੀਜ਼ਾ ਲੱਗ ਜਾਂਦਾ, ਇਹਦੇ ਤੋਂ ਬਾਅਦ ਤੁਸੀਂ ਆਪਦੀ ਫੀਸ ਦਾ ਡਰਾਫਟ ਬਣਾਉਂਦੇ ਜੇ ਜਾਂ ਫੀਸ ਕਾਲਜ ਯੂਨੀਵਰਸਿਟੀ ਨੂੰ ਭੇਜ ਦਿੰਦੇ ਜੇ ਔਰ ਜਹਾਜ਼ ਦੀ ਟਿਕਟ ਲੈ ਕੇ ਤੁਸੀਂ ਅਮਰੀਕਾ 'ਚ ਪਹੁੰਚ ਜਾਂਦੇ ਹੋ। ਇਸੇ ਤਰੀਕੇ ਨਾਲ ਜੇ ਤੁਸੀਂ ਕੈਨੇਡਾ ਦੀ ਫਾਈਲ ਲਾਈ ਆ ਤਾਂ ਤੁਸੀਂ ਫੀਸ ਧਾਰਦੇ ਹੋ ਕਾਲਜ ਦੀ ਜਾਂ ਯੂਨੀਵਰਸਿਟੀ ਦੀ, ਉਸ ਤੋਂ ਬਾਅਦ ਜਹਾਜ਼ ਦੀ ਟਿਕਟ ਲੈ ਕੇ ਉੱਥੇ ਪਹੁੰਚ ਜਾਂਦੇ ਹੋ। ਇਹ ਪ੍ਰੋਸੈਸ ਹੈ, ਇਹ ਕਾਇਦਾ ਵਾ, ਇਹ ਕਾਨੂੰਨ ਹੈ ਉੱਥੇ ਦਾ। ਹੁਣ ਮੈਨੂੰ ਪੁੱਛੋਗੇ ਕਿੱਥੇ ਲਿਖਿਆ ਹੋਇਆ ਹੈ, ਇਹ ਉਹਨਾਂ ਦੀਆਂ ਸਾਈਟਾਂ ਦੇ ਉੱਤੇ ਆਲਰੇਡੀ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ, ਤੁਸੀਂ ਇਕੱਲੀ ਚੀਜ਼ ਪੜ੍ਹ ਸਕਦੇ ਜੇ।
ਤੁਹਾਨੂੰ ਸਮਝ ਲੱਗ ਜਾਏਗੀ ਕਿ ਕੱਲੇ ਕੱਲੇ ਪੁਆਇੰਟ ਦੇ ਉੱਤੇ ਕੀ ਕੀ ਚਾਹੀਦਾ ਹੈ। ਹੁਣ ਸਾਰਿਆਂ ਨੂੰ ਦੱਸ ਦਿੰਦੇ ਆ ਕਿ ਖਜ਼ਾਨਾ ਪਿਆ। ਮੈਂ ਤੁਹਾਨੂੰ ਦੱਸ ਦਿੰਦਾ ਕਿ ਸਾਹਮਣੇ ਜਿੱਥੇ ਤੁਸੀਂ ਰਹਿੰਦੇ ਹੋ, ਤੁਹਾਡੇ ਘਰ ਦੇ ਸਾਹਮਣੇ 50 ਫੁੱਟ ਡੂੰਘੀ ਤੁਸੀਂ ਸੁਰੰਗ ਪੱਟ ਲਓ, 50 ਫੁੱਟ ਥੱਲੇ ਸੁਰੰਗ ਦੇ ਕੋਈ ਖਜ਼ਾਨਾ ਪਿਆ ਵਾ। ਦੱਸਣਾ ਬੜਾ ਸੌਖਾ, ਉਹਨੂੰ ਕੱਢਣਾ ਬੜਾ ਔਖਾ ਹੈ, ਮਿਹਨਤ ਕਰਨੀ ਪੈਂਦੀ ਹੈ। ਮੰਜ਼ਿਲ ਦਿਖਾਣੀ ਔਰ ਮੰਜ਼ਿਲ ਤੱਕ ਪਹੁੰਚਣਾ ਬਹੁਤ ਔਖਾ ਹੁੰਦਾ। ਕਈਆਂ ਨੂੰ ਅੰਗੂਰ ਖੱਟੇ ਲੱਗਦੇ ਆ ਕਿਉਂਕਿ ਜਿਹੜੇ ਅੰਗੂਰਾਂ ਤੱਕ ਨਹੀਂ ਪਹੁੰਚ ਸਕਦੇ। ਬਹੁਤ ਸਾਰੇ ਸਟੂਡੈਂਟਸ ਜਿਹੜੇ ਕਿ ਇਹ ਕਹਿਣਗੇ ਨਹੀਂ ਬੇਟਾ IELTS ਦੇ ਵੀਜ਼ਾ ਨਹੀਂ ਲੱਗਦਾ, ਜਿੰਨੇ ਮੂੰਹ ਉਨੀਆਂ ਗੱਲਾਂ। ਆਪਾਂ ਕਾਨੂੰਨ ਵਾਲੀ ਕਿਤਾਬ ਫੜ ਲਈਏ ਪਹਿਲਾਂ, ਜੋ ਕਿਤਾਬ 'ਚ ਲਿਖਿਆ ਵਾ ਮੈਂ ਪੜ੍ਹ ਕੇ ਤੁਹਾਨੂੰ ਸੁਣਾਤਾ। ਹੁਣ ਵਾਰੀ ਹੈਗੀ ਇਹਨੂੰ ਸੱਚ ਕਰਨ ਦੀ। ਜਿਸ ਕਿਸੇ ਸਟੂਡੈਂਟ ਦੇ ਵਿੱਚ ਇੱਦਾਂ ਦੀ ਕੋਈ ਦਿੱਕਤ ਹੈ, ਜਿਹਦੇ IELTS ਦੇ ਵਿੱਚ ਬੈਂਡ ਹੈ, ਜਿਹਦੇ IELTS ਦੇ ਵਿੱਚ ਬੈਂਡ ਘੱਟ ਨੇ, ਜਿਹਨੂੰ ਡਰ ਲੱਗਦਾ ਵਾ ਕਿ ਮੇਰੇ ਕੋਲੋਂ IELTS ਨਹੀਂ ਹੋਣੀ, ਜਾਂ ਜਿਹੜਾ 2 4 5 ਵਾਰੀ ਕਰਕੇ ਹੰਭ ਗਿਆ ਵਾ, ਉਹ ਸਟੂਡੈਂਟ ਸਾਡੇ ਨਾਲ ਸੰਪਰਕ ਕਰੋ। ਅਸੀਂ ਤੁਹਾਡਾ ਕੇਸ ਸਿਰੇ ਲਾਵਾਂਗੇ। ਪੈਸੇ ਤੁਹਾਡੇ ਕੋਲੋਂ ਉਦੋਂ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਲੱਗੇਗਾ। ਕਈ ਤਰ੍ਹਾਂ ਦੇ ਕਾਲਜ ਜੇ, ਕਈ ਤਰ੍ਹਾਂ ਦੇ ਯੂਨੀਵਰਸਿਟੀਆਂ। ਤੁਸੀਂ ਟੋਰਾਂਟੋ ਜਾਣਾ, ਤੁਸੀਂ ਵੈਨਕੂਵਰ ਜਾਣਾ, ਤੁਸੀਂ ਨਿਊਯਾਰਕ ਜਾਣਾ, ਤੁਸੀਂ ਕੈਲੀਫੋਰਨੀਆ ਜਾਣਾ। ਸਾਰੀਆਂ ਚੀਜ਼ਾਂ ਪੋਸੀਬਲ ਤਾਂ ਜੇ ਤੁਹਾਡੇ 70% ਨੰਬਰ ਹੈ ਔਰ ਜੇ ਤੁਸੀਂ ਅੰਗਰੇਜ਼ੀ ਮੀਡੀਅਮ 'ਚ ਪੜ੍ਹੇ ਹੋ ਔਰ ਜੇ ਤੁਹਾਡੇ ਮਾਤਾ ਪਿਤਾ ਦੇ ਕੋਲ 15-20 ਲੱਖ ਰੁਪਈਆ ਬੈਂਕ ਦੇ ਵਿੱਚ ਪਿਆ ਵਾ ਔਰ ਤੁਹਾਡਾ ਮਾਤਾ ਪਿਤਾ ਕੋਈ ਕੰਮ ਕਰਦਾ ਔਰ ਉਹਦੇ ਤੁਸੀਂ ਐਵੀਡੈਂਸ ਦੇ ਸਕਦੇ ਹੋ। ਅਗਲੇ 2-4 ਦਿਨਾਂ ਤੱਕ ਰਿਜ਼ਲਟ ਆਉਣਾ ਵਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਵੀ ਔਰ CBSE ਦਾ ਵੀ। ਔਰ ਐਤਕੀ ਸਾਰਿਆਂ ਨੂੰ ਪਤਾ ਵਾ ਕਿ ਐਗਜ਼ਾਮ ਨਹੀਂ ਹੋਏ ਤਾਂ ਨੰਬਰ ਤਾਂ 70% ਤੋਂ ਥੱਲੇ ਆਣੇ ਨਹੀਂ ਕਿਸੇ ਦੇ। ਜੋ ਵੀ ਤੁਹਾਡੇ 11ਵੀਂ ਦੇ ਨੰਬਰ ਨੇ, 10ਵੀਂ ਦੇ ਨੰਬਰ ਨੇ, ਉਹਦੇ ਅਕੋਰਡਿੰਗਲੀ ਇੰਟਰਨਲ ਅਸੈਸਮੈਂਟ ਹੋਣੀ ਹੈ। ਤੇ ਜੇਕਰ 70% ਨੰਬਰ ਤੁਹਾਡੇ ਆ ਜਾਂਦੇ ਆ, ਤੁਸੀਂ ਕੁਆਲੀਫਾਈ ਕਰਦੇ ਹੋ, ਤੇ ਸਤੰਬਰ ਇਨਟੇਕ ਦੇ ਵਿੱਚ ਹੀ ਤੁਸੀਂ ਫਾਈਲ ਲਾ ਸਕਦੇ ਹੋ। ਤੁਸੀਂ ਸਤੰਬਰ ਇਨਟੇਕ ਕੈਨੇਡਾ ਦੀ ਫਾਈਲ ਲਾ ਸਕਦੇ ਹੋ, ਤੁਸੀਂ ਸਤੰਬਰ ਇਨਟੇਕ ਅਮਰੀਕਾ ਦੀ ਫਾਈਲ ਲਾ ਸਕਦੇ ਹੋ। ਜਦੋਂ ਤੁਸੀਂ ਬਿਨਾਂ IELTS ਦੇ ਫਾਈਲ ਲਾਣੀ ਹੈ ਕੈਨੇਡਾ ਦੇ ਵਿੱਚ, ਨਾ ਤਾਂ ਤੁਹਾਡਾ GIC ਅਕਾਊਂਟ ਖੁੱਲ੍ਹਣਾ ਵਾ, ਨਾ ਤੁਸੀਂ ਕਾਲਜ ਦੀ ਫੀਸ ਤਾਰਨੀ ਹੈ, ਕਿਉਂਕਿ ਨੌਨ SDS ਤੁਸੀਂ ਫਾਈਲ ਲਾ ਰਹੇ ਹੋ। ਔਰ ਜੇ ਕਾਨੂੰਨ ਪੜ੍ਹ ਲਈਏ ਤਾਂ ਕਾਨੂੰਨ ਤਾਂ ਕਹਿੰਦਾ ਮਾਤਾ ਪਿਤਾ ਦੇ ਪੈਸੇ ਦਿਖਾ ਦੇ। ਜੇ ਤੁਹਾਡੇ ਮਾਤਾ ਪਿਤਾ ਕੋਲ 2-4 ਮਹੀਨੇ ਪੁਰਾਣੇ ਪੈਸੇ ਹੈਗੇ ਆ, ਅਸੀਂ ਉਹ ਸਾਰੇ ਪੈਸੇ ਸ਼ੋਅ ਕਰਕੇ ਤੁਹਾਡੀ ਫਾਈਲ ਬਣਾ ਕੇ ਤੁਹਾਡਾ ਵੀਜ਼ਾ ਲੈ ਲਾਂਗੇ। ਜਾਂ ਤੁਸੀਂ ਅਮਰੀਕਾ ਜਾ ਸਕਦੇ ਹੋ, ਉੱਥੇ ਨਵੇਂ ਫੰਡ ਸ਼ੋਅ ਕਰਕੇ ਵੀ ਵੀਜ਼ਾ ਲਿੱਤਾ ਜਾ ਸਕਦਾ। ਸਾਰੇ ਮਸਲੇ ਦੇ ਵਿੱਚ ਦੇਖਣ ਵਾਲੀ ਚੀਜ਼ ਕੀ ਹੈ ਕਿ ਤੁਸੀਂ ਇਮਾਨਦਾਰ ਹੋਣਾ ਵਾ। ਜੇ ਤੁਸੀਂ ਇਮਾਨਦਾਰ ਰਹੋਗੇ ਤਾਂ ਵੀਜ਼ੇ ਨੂੰ ਕੋਈ ਨਹੀਂ ਰੋਕ ਸਕਦਾ। ਹੁਣ ਜੇ ਨੰਬਰ ਤੁਹਾਡੇ 65% ਹੈ, ਜੇ ਨੰਬਰ ਤੁਹਾਡੇ 50% ਹੈ, ਤਾਂ ਵੀਜ਼ੇ ਦੇ ਚਾਂਸ ਉਹਨੇ ਕੀ ਘਟੇ ਜਾਣੇ ਆ। 70% ਵਾਲੇ ਦਾ ਵੀਜ਼ਾ ਲੱਗ ਜਾਣਾ। ਜਿੱਦਾਂ ਜਿੱਦਾਂ ਤੁਹਾਡੇ ਨੰਬਰ ਘਟੀ ਜਾਣਗੇ ਉਹਦਾ ਚਾਂਸ ਵੀ ਤੁਹਾਡੇ ਘਟੇ ਜਾਣਗੇ। ਤੁਸੀਂ ਟੋਰਾਂਟੋ ਜਾਣਾ, ਤੁਸੀਂ ਵੈਨਕੂਵਰ ਜਾਣਾ, ਤੁਸੀਂ ਨਿਊਯਾਰਕ ਜਾਣਾ ਜਾਂ ਕੈਲੀਫੋਰਨੀਆ ਜਾਣਾ, ਕਿਸੇ ਵੀ ਜਗ੍ਹਾ ਤੇ ਜਾਣਾ, ਸਾਨੂੰ ਕਾਲ ਕਰੋ। ਤੁਹਾਡੀਆਂ ਕਾਲਾਂ ਲਾਈਵ ਪ੍ਰੋਗਰਾਮ 'ਚ ਸ਼ਾਮਲ ਕਰਾਂਗੇ ਔਰ ਤੁਹਾਡੇ ਪ੍ਰੋਬਲਮਸ ਦੇ ਸੋਲੂਸ਼ਨ ਕੱਢ ਕੇ ਦੇਵਾਂਗੇ।